ਅਦਨ ਫਾਤਮਾ ਦਾ ਨਾਂ ਸੀ। 5 ਸਾਲ ਉਮਰ ਸੀ ਸਰਨ ਦੀ। ਮੈਂ ਲਿਆਇਆ ਜੀ ਨਹਿਰ ਤੇ ਪਾਪ ਉਹਨੂੰ ਤੇ ਤੋੜੇ ਵਿੱਚ ਪਾ ਕੇ ਮਾਰ ਕੇ ਤੇ ਪੱਥਰ ਬੰਨ੍ਹ ਕੇ ਨਹਿਰ 'ਚ ਸੁੱਟ ਦਿੱਤੀ ਤੇ ਫਿਰ ਮੈਂ ਚੜ੍ਹ ਬੈਠਾ ਤੇ ਚਲਾ ਗਿਆ वापसी कर दी। 2 साल पहले तो यानी कि वाक़या है। बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। नाज़रीन, आप सोकी टीवी देख रहे हैं। मैं हूँ मलिक मोहम्मद नवाज सोकी, नई स्टोरी के साथ। नाज़रीन, इंतहाई दुख और दर्द के साथ ये क्या हो रहा है। भावल नगर का वाक़या देख लें, भावलपुर का वाक़या देख लें, रहीम यार खान की पंजाब में कई जगह पे वो एक बाबे को मुर्गा बनाया हुआ है बंदे ने, और थाने में क्या हुआ, 2 पुलिस वालों को उसके बेटे ने मार दिया है। और करता भी क्या, एक वो बाप जो है, कहते हैं ना माँ मतलब माँ के पाँव के नीचे जन्नत है, तो बाप भी दरवाज़ा है। अगर ऐसे बेटे के सामने बाप को इस हालत में किया हुआ है तो वो बेटा और क्या करेगा। इंतहाई दुख के साथ फिर कोई ऐसा चो है इधर, मतलब वो उसने जनाब एक लड़की की शादी की ऑफर की, अब वो नहीं कर रही शादी, उसका हक है, फिर वो मतलब वो भी देखा है आपने। और नाज़रीन, ये जो खासकर वाक़या पेश आया है पाकपतन शरीफ वाला, जरा पहले ये वीडियो देख लें। ਅਦਨ ਫਾਤਮਾ ਦਾ ਨਾਂ ਸੀ। 5 ਸਾਲ ਉਮਰ ਸੀ ਸਰਨ ਦੀ। ਮੈਂ ਲਿਆਇਆ ਜੀ ਨਹਿਰ ਤੇ ਪਾਪ ਉਹਨੂੰ ਤੇ ਤੋੜੇ ਵਿੱਚ ਪਾ ਕੇ ਮਾਰ ਕੇ ਤੇ ਪੱਥਰ ਬੰਨ੍ਹ ਕੇ ਨਹਿਰ 'ਚ ਸੁੱਟ ਦਿੱਤੀ। ਵੈਸਟ ਮੇਰੀ ਬੇਟੀ ਮੈਨੂੰ ਜ਼ਿੰਦਾ ਜਬਰਦਾ ਆਂਦਾ ਮੁਜ਼ੰਬਰ ਸਾਹਿਬਾਂ ਦੇ ਵੇਲੇ ਜਾਦ ਮਾਰ ਕੇ ਨਹਿਰ ਵਿੱਚ ਸੁੱਟ ਦਿੱਤੀ। ਜ਼ਿੰਦਾ ਜਬਰਦਾ ਮੈਨੂੰ ਵਾਪਸ ਸਾਡੀ ਬੱਚੀ ਮਰਾ ਦੇ, ਕੋਈ ਸ਼ਾਇਦ ਸਾਨੂੰ ਵਾਪਸ ਮਿਲੇ ਨਾ ਹੁੰਦੀ। ਉਹਦੇ ਘਰੋਂ ਜੁੱਤੀਆਂ ਬਰਾਮਦ ਹੋ ਗਈਆਂ ਨੇ। ਉਹ ਆਪਣੇ ਆਪ ਨੂੰ ਗੁਨੇਗਾਰ ਠਹਿਰਾਉਂਦਾ ਹੈ, ਬਾਕੀ ਜੀਆਂ ਨੂੰ ਬਚਾਉਂਦਾ। ਜੁੱਤੀਆਂ ਉਹਦੇ ਤੇ ਘਰੋਂ ਬਰਾਮਦ ਹੁੰਦੀਆਂ ਪਈਆਂ ਨੇ। ਸਾਬਤ ਇਹ ਕਰਦਾ ਹੈ ਕਿ ਮੈਂ ਜੀ ਬਾਹਰੋਂ ਚੱਕੀ ਐ, ਇਸ ਤਰ੍ਹਾਂ ਨਿੰਮਕੋ ਦਿੱਤੀ, ਬਿਸਕੁਟ ਦਿੱਤਾ, ਉਹਨੂੰ ਮੈਂ ਚਾਹ ਲਿਆ, ਮੋਟਰਸਾਈਕਲ ਤੇ ਬਿਠਾ ਲਿਆ ਤੇ ਬਾਹਰ ਜਾ ਕੇ ਮਾਰ ਦਿੱਤੀ। ਸਾਡੀ ਬੱਚੀ ਹੈ ਅਦਨ ਫਾਤਮਾ, ਜਿਹਦੀ ਉਮਰ 4.5 ਤੋਂ 5 ਸਾਲ ਹੈ। ਉਹ 2021 ਦੇ 12ਵੇਂ ਮਹੀਨੇ ਦੀ 22 ਤਰੀਕ ਨੂੰ ਗੁੰਮ ਹੋ ਗਈ ਸੀ। ਅਸੀਂ ਲੱਭਦੇ ਫਿਰੇ ਨਹੀਂ ਮਿਲੀ। ਆਖਰਕਾਰ ਪੁਲਿਸ ਨੇ FIR ਦਿੱਤੀ ਨਾਮਲੂਮਾਂ ਤੇ। ਪਤਾ ਲੱਗਾ ਕਿ ਫਲਾਂ ਬੰਦੇ ਤੇ ਸ਼ੱਕ ਹੈ ਸਾਨੂੰ ਕਿ ਬੱਚੀ ਸਾਡੀ ਫਲਾਂ ਬੰਦਾ ਲੈ ਗਿਆ। ਅਸੀਂ ਉਹਨੂੰ ਨਾਮਜ਼ਦ ਕੀਤਾ। SHO ਸਾਹਿਬ ਨੇ ਸਾਡੀ ਦਰਖਾਸਤ ਪਾੜ ਕੇ ਆਦੇ ਕੋਲੋਂ ਸ਼ੱਕ ਦੀ ਬਿਨਾਂ ਤੇ ਉਹਦੇ ਤੇ ਦਰਖਾਸਤ ਦੇ ਕੇ ਤੇ ਸਾਨੂੰ ਨਾਮਜ਼ਦ ਕਰ ਦਿੱਤਾ। 1.5 ਮਹੀਨੇ ਬਾਅਦ ਪੀਰ ਅਹਿਮਦ ਸ਼ਾਹ ਨੇ ਉਹਨੂੰ ਪੇਸ਼ ਕਰ ਦਿੱਤਾ। ਪੇਸ਼ ਕਰਨ ਤੋਂ 12 ਦਿਨ 11 ਦਿਨ ਦਾ ਰਿਮਾਂਡ ਹੋਇਆ, ਜੁਡੀਸ਼ੀਅਲ ਹੋ ਗਿਆ। ਬੱਚੀ ਸਾਡੀ ਕੋਈ ਨਾ ਮਿਲੀ। ਹੋਰ ਬੰਦਿਆਂ ਨੂੰ ਪਿੰਡ ਪੂਰੇ ਨੂੰ ਪੁਲਿਸ ਫੜ ਕੇ ਕੁੱਟ ਫਾੜ ਟੁਰਾਂ ਕਰ ਪਰਾਂ ਕਰ, ਕੋਈ ਬੱਚੀ ਦਾ ਸੁਰਾਗ ਨਾ ਮਿਲਿਆ। ਆਖਿਰਕਾਰ ਅਸੀਂ ਹਾਈ ਕੋਰਟ ਚਲੇ ਗਏ। ਹਾਈ ਕੋਰਟ 5 ਵਾਰੀ ਰਿਟ ਦਾਇਰ ਕੀਤੀ। ਜਦੋਂ 5ਵੀਂ ਵਾਰੀ ਰਿਟ ਦਾਇਰ ਕਰਨ ਤੋਂ ਬਾਅਦ ਪੁਲਿਸ ਨੇ ਦੁਬਾਰਾ ਇਸ ਬੰਦੇ ਨੂੰ ਫੜ ਲਿਆ। ਫੜਨ ਤੋਂ ਬਾਅਦ ਇਹ ਬੱਚੀ ਮੰਨ ਗਿਆ ਕਿ ਮੈਂ ਬੱਚੀ ਮਾਰ ਕੇ ਨਹਿਰ 'ਚ ਸੁੱਟ ਦਿੱਤੀ ਹੈ। ਉਹਦੇ ਘਰੋਂ ਜੁੱਤੀਆਂ ਬਰਾਮਦ ਹੋ ਗਈਆਂ ਨੇ। ਉਹ ਆਪਣੇ ਆਪ ਨੂੰ ਗੁਨੇਗਾਰ ਠਹਿਰਾਉਂਦਾ ਹੈ, ਬਾਕੀ ਜੀਆਂ ਨੂੰ ਬਚਾਉਂਦਾ। ਜੁੱਤੀਆਂ ਉਹਦੇ ਤੇ ਘਰੋਂ ਬਰਾਮਦ ਹੁੰਦੀਆਂ ਪਈਆਂ ਨੇ। ਸਾਬਤ ਇਹ ਕਰਦਾ ਹੈ ਕਿ ਮੈਂ ਜੀ ਬਾਹਰੋਂ ਚੱਕੀ ਐ, ਇਸ ਤਰ੍ਹਾਂ ਨਿੰਮਕੋ ਦਿੱਤੀ, ਬਿਸਕੁਟ ਦਿੱਤਾ, ਉਹਨੂੰ ਮੈਂ ਚਾਹ ਲਿਆ, ਮੋਟਰਸਾਈਕਲ ਤੇ ਬਿਠਾ ਲਿਆ ਤੇ ਬਾਹਰ ਜਾ ਕੇ ਮਾਰ ਦਿੱਤੀ ਤੇ ਨਹਿਰ 'ਚ ਸੁੱਟ ਦਿੱਤੀ। ਜੁੱਤੀ ਉਹਦੇ ਘਰੇ ਟੁਰ ਕੇ ਆ ਗਈ। ਜੇ ਅਗਰ ਜੁੱਤੀ ਉਹਦੇ ਘਰੇ ਤੇ ਫਿਰ ਉਹਨਾਂ ਦੇ ਬਾਕੀ ਘਰ ਦੇ ਵੀ ਬੰਦੇ ਨਾਮਜ਼ਦ ਹਨ ਵਿੱਚ ਮੁਲਵਸ ਹਨ। ਵੈਸਟ ਮੇਰੀ ਬੇਟੀ ਮੈਨੂੰ ਜ਼ਿੰਦਾ ਜਬਰਦਾ ਆਂਦਾ ਮੁਜ਼ੰਬਰ ਸਾਹਿਬਾਂ ਦੇ ਵੇਲੇ ਜਾਦ ਮਾਰ ਕੇ ਨਹਿਰ ਵਿੱਚ ਸੁੱਟ ਦਿੱਤੀ। ਜ਼ਿੰਦਾ ਜਬਰਦਾ ਮੈਨੂੰ ਵਾਪਸ ਸਾਡੀ ਬੱਚੀ ਮਰਾ ਦੇ, ਕੋਈ ਸ਼ਾਇਦ ਸਾਨੂੰ ਵਾਪਸ ਮਿਲੇ ਨਾ ਹੁੰਦੀ। ਸਾਡੇ ਦਿਲ ਨੂੰ ਵੀ ਸਕੂਨ ਆਵੇ। मुजम्मिल को भी हिरासत में लिया गया। मुजम्मिल ने दौरान हिरासत इस बात का एतराफ़ किया कि ये बच्चे मकतूला के चचा अरशद के हाथ मवेशियां में खेलने जाते थे, जहां पे उनकी तू तकरार हुई, जिस पर चचा अरशद ने उसकी वालदा को शिकायत की और इस गम पे उसने बच्ची को अगवा करके मौके पर ही गला दबाकर कत्ल कर दिया और उसकी लाश नहर 19 SP में फेंक दी। पुलिस ने उसका इकबाल जुर्म के बाद उसको बाज़ाब्ता गिरफ्तार किया और अदालत में पेश किया, जहां पर उसका 164 का बयान भी रिकॉर्ड हो चुका है। ਅਦਨ ਫਾਤਮਾ ਸਾਡੀ ਬੱਚੀ 2021 ਦੇ ਵਿੱਚ ਗੁੰਮ ਹੋ ਗਈ ਸੀ। ਮੈਂ ਉਹਦਾ ਤਾਇਆ, ਅਰਸ਼ਦ ਮੇਰਾ ਨਾਂ ਹੈ। ਅਸੀਂ ਪਰਚਾ ਵੀ 2021 ਦਰਜ ਕਰਵਾਇਆ ਸੀ ਤੇ ਉਹ ਬੱਚੀ ਸਾਨੂੰ ਸਹੀ सलामत अल्हम्दुलिल्लाह मिल गई है 2-3 दिन पहले। जी तो नाज़रीन, आपने देखा है। आप ये बताएं कि कौन आदमी जो है बेगुनाह आदमी बड़े धड़ल्ले से कह रहा है कि मैंने उस लड़की का मर्डर किया है। ये कोई छोटी बात नहीं थी, आसान बात नहीं थी। और कितना खूबसूरत जवान है, वो भी माँ बाप का किसी का बच्चा है। पहली तो बात है कि जिनकी बच्ची गुमी है 3 साल, उनके मतलब घर में क्या मतलब समा होगा। रात को भी रो रहे हैं, दिन को भी रो रहे हैं। वो एक अलग मतलब दुख था उनको। लेकिन पुलिस का काम है कि मतलब उसकी तहकीकात तो ठीक करे ना।
اب یہ نہیں پتا، اب وہ آپ نے سنا ہے کہ وہ کہہ رہے ہیں جی کہ مطلب 5 دفعہ تو بچی جن کی گمی ہے وہ ہائی کورٹ میں گئے ہیں، اس کا چاچو ریٹ میں 5ویں دفعہ. تو جب دیکھا ہے کہ مطلب عدالت کا مطلب دباؤ بڑھ گیا ہے تو انہوں نے کہا بس یہ مدعی سیدھا پدرا کرو. اس بندے کو کنج منوایا گیا اور جتیاں کیسے برآمد ہوئی ہیں جی. ناظرین ہوندہ کچھ اس طرح میں کہ میں ایک دفعہ نا آئین تھانے گیا، بہت عرصے دی گل ہے، میرا خیال ہے کوئی بہت عرصے دی گل ہے، 10-15-20 سال پہلے دی. تو اتھے ایک مائی دا مطلب جڑا ہے نا ڈکیتی چوری ہوئی بھی سی، انہیں کو اتھے ڈکیت پکڑیا. ہوں جناب وہ ٹیپ بھی چکی گئی، ٹی وی بھی چکیا گیا، VCR بھی چکیا گیا، کوئی والیاں گھنٹے ہے سن وہ بھی چکے گئے. تے ہوں جناب وہ اللہ خوش رکھے وہ پیچھے کوئی مطلب پولیس افسر چنگا تکڑا جڑا ہے نا وہ سفارش سی، اور وہ بھی پتہ چلیا کہ وہ اتنے جناب SP راجہ ناصر نواز رہے ہیں اس کی تھی اس دور میں. تو انہوں نے کہا بھائی یہ مائی کا سامان پورا کر کے دو. اب میرے سامنے خدا پاک کی قسم کھا کے کہتا ہوں کہ مائی کہہ رہے یہ چیزیں میری نہیں ہیں. انہوں نے کہا مائی برآمد ہو گئی ہیں، اسی سے ہوئی ہیں، بس کرو نا، بس یہ لو اور برآمدگی ہو گئی ہے نا. انہوں نے کہا بیٹا میری یہ والیاں نہیں ہیں. اور وہ مائی جو ہے نا وہ بچوں کو قرآن پاک پڑھاتی تھی. تو بہرحال انہوں نے کہا مائی یہ برآمدگی ہو گئی ہے اور آپ کیوں کہتی ہیں، بس یہی ہے. اس کے منوا لیا ہے کہ یہ میری ہیں چیزیں. پھر ٹھیک ہے جی، انہوں نے کہا جی پہچان لی ہیں، بس اس کے جو بھی کرنا ہے. پھر اس کے ساتھ ہو ڈکیت نے جہاں پر پنڈی کہیں جولر پہ وہ سامان بیچتا تھا سونے کا، تو انہوں نے کہا وہ بھی اس کو بلایا ہوا تھا انہوں نے. تو پھر آپ خدا پر یقین مانیے وہ ڈکیت جو تھا نا وہ مطلب جولر کو کہہ رہا تھا آپ آئے ہو تو ان کو بھی خرچہ دے جانا اور مجھے بھی کوئی خرچہ دے جانا، تو باہر نکلیں گے تو پھر کر لیں گے. مطلب یہ تو ہے، اگر یہ ہی حالت رہی تو یہ نظام کیسے چلے گا؟ مطلب اب تو سامنے آنی چیزیں شروع ہو گئی ہیں نا. ہوتا پہلے بھی ہے، ہوتا رہا ہے. اور یہ برآمدگی کے مطلب ہے کہ اب جوتوں کا بیچ میں ذکر ہے کہ جوتے پہچانے گئے ہیں. اب انہوں نے یہی کہا کہ یہ مان گیا بس جوتے کوئی دے برآمدگی ڈالیں تاکہ تصدیق ہو جائے نا، باقی تو سارا کام پورا ہو گیا تھا. اب ڈیڈ باڈی جو ہے وہ کہتا ہے میں نے پھینک دی تھی نیچے، اب اس کا پتہ نہیں کیا ہو گیا. اب کہتے ہیں جی اتنا عرصہ گزر گیا، اب تو وہ کوئی مطلب چیزیں کھا گئی ہوں گی اس کو. لیکن اللہ کی ذات جو ہے وہ بڑی غفور الرحیم ہے. اب دیکھیں نا کہ بچی خود گھر آ گئی ہے. اب آپ اس چیز پہ حساب لگائیں کہ کتنے خاندان تباہ ہوئے. وہ بھی تو کسی کا ماں باپ کا بچہ تھا جس کو انہوں نے منوا لیا ہے کہ جی میں نے قتل کیا. کون قتل ایسے مانتا ہے؟ آسانی سے کوئی مانتا ہے؟ لیکن مار بڑی سخت چیز ہوتی ہے. اور یہ آپ دیکھ لیں کہ ہماری پولیس کیا کرتی ہے، عدالتوں سے بندے کیسے چھوٹتے ہیں. بہت کہانیاں میں آپ کو سناؤں گا، لیکن یہ ایک دل دہلا دینے والی بات تھی کہ یہ جو مطلب کتنی آرام سے وہ مان رہا ہے کہ ہاں میں نے قتل کیا ہے اور بوری میں بند کر کے اور نیچے اس کو پتھروں کے ساتھ نیچے پھینک دیا ہے. تو پولیس کیا کرتی رہی ہے. اور پھر مطلب ادھر کے پاک پتن کے DPO صاحب کیا فرما رہے ہیں اور میک لگے ہوئے ہیں ان کو. اور جو مجرم ہی بنا لیا تھا انہوں نے، ملزم اور ہوتا ہے مجرم اور، اس کو بھی میک لگا ہوا ہے اور کتنے خوبصورتی سے وہ انٹرویو دے رہا ہے کہ جی ہاں میں نے یہ کام کیا ہے. تو کیسی گھڑی گھڑائی سٹوری بن گئی ہے. کیا کسی نے یہ بھی سوچا ہے کہ ہم نے بھی کل مرنا ہے جو تفتیش کر رہے تھے؟ تو چاہیے تو یہ اب اس پہ 100 میٹو ایکشن سپریم کورٹ کو لینا چاہیے، جسٹس کو، کہ یہ کیسے ہوتا رہا اور کیسی کہانیاں بنی جا رہی تھی. مطلب رات کی اندھیری میں جہاں جو دل کیا منواتے جاؤ، ان سے کوئی مسئلہ نہیں ہے. لیکن ظلم ہوتا ہے. کس طرح بے نقاب ہوئے ہیں یہ لوگ. اور جو ماں باپ تھے، اس کا چاچا جو جتیاں کہہ رہا تھا تو وہ اس کو تو کہا ہوگا بس جتیاں دے دے، مان گیا بس ٹھیک. انہوں نے فرضی جتیاں برآمدگی ڈالنی ہے نا، برآمدگی ضروری ہے. تو ناظرین یہ بہت بڑا ایک لمحہ فکریہ ہے. آخر ہر ایک بندے نے یہ دنیا چھوڑ جانی ہے، لیکن جو ہماری پولیس کا نظام ہے وہ سب لوگوں کے سامنے آ رہا ہے. اور آپ نے دیکھا ہے یہ سوسائٹیوں پہ جو لوگ مطلب مل کے پولیس سے قبضے کر رہے ہیں. کچھ لوگوں نے خودکشیاں کر لی ہیں اور کچھ لوگ جو ہیں وہ مطلب شوگر کے مریض ہو گئے ہیں، کسی کو ہارٹ اٹیک ہوا مر گئے ہیں. تو بہرحال یہ نظام، یہ کون سی مطلب اسلامی ملک ہے کہ یہ
इतनी आंखों में मट्टी और मिर्चें डाल रहे हैं, नकल के साथ भी अकल की जरूरत होती है। लेकिन उन्होंने समझा मर गई, मुकद्दम हो गई। लेकिन कहते हैं ना कि मारने वाले से अल्लाह बचाने वाला भी ऊपर होता है। कैसी लगी स्टोरी? नेक दुआओं के साथ मलिक नवाज शोकी को दीजिए इजाजत। अपना बहुत ख्याल रखना। अल्लाह सोने दे।